ਗੁੱਡ ਡੇ ਸਟੂਡੈਂਟਸ, ਮੇਰੀ ਕੰਪਿਊਟਰ ਕਲਾਸ ਵਿੱਚ ਤੁਹਾਡਾ ਸਵਾਗਤ ਹੈ। ਮੇਰੀ ਅੱਜ ਦੀ ਕਲਾਸ ਦਾ ਵਿਸ਼ਾ ਹੈ 8ਵੀਂ ਜਮਾਤ ਦਾ ਟੌਪਿਕ ਇੰਟਰਨੈਟ ਅਤੇ ਇਸ ਦੇ ਅਧੀਨ ਆਉਂਦੇ ਸਬ ਟੌਪਿਕਸ ਇੰਟਰਨੈਟ ਸਰਵਿਸ ਪ੍ਰੋਵਾਈਡਰ, ਇੰਟਰਨੈਟ ਕਨੈਕਸ਼ਨਸ, ਮੋਡਮ ਦੀਆਂ ਕਿਸਮਾਂ ਅਤੇ ਮੋਡਮ ਦੀ ਸਪੀਡ। ਅੱਜ ਅਸੀਂ ਇਹਨਾਂ ਟੌਪਿਕਸ ਬਾਰੇ ਗੱਲ ਕਰਾਂਗੇ, ਬਟ ਸਭ ਤੋਂ ਪਹਿਲਾਂ ਫਿਰ ਇਹੀ ਬੇਨਤੀ ਕਰਾਂਗੀ ਕਿ ਘਰ ਰਹੋ ਅਤੇ ਸੁਰੱਖਿਅਤ ਰਹੋ। ਆਓ ਸ਼ੁਰੂਆਤ ਕਰਦੇ ਹਾਂ ਆਪਣੇ ਅੱਜ ਦੇ ਟੌਪਿਕ ਦੀ। ਪਿਆਰੇ ਬੱਚਿਓ, ਆਓ ਹੁਣ ਜਾਣਦੇ ਹਾਂ ਕਿ ਇੰਟਰਨੈਟ ਸਰਵਿਸ ਪ੍ਰੋਵਾਈਡਰ ਕੀ ਹੈ। ਇਸ ਨੂੰ ਸ਼ਾਰਟ ਰੂਪ ਵਿੱਚ ISP ਵੀ ਕਿਹਾ ਜਾਂਦਾ ਹੈ। ਸੋ ISP ਇੱਕ ਕੰਪਨੀ ਹੈ, ਸੰਸਥਾ ਹੈ ਜੋ ਕਿ ਸਾਨੂੰ ਇੰਟਰਨੈਟ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ। ਤੁਸੀਂ ਨਾਮ ਤਾਂ ਸੁਣੇ ਹੀ ਹੋਣਗੇ, ਏਅਰਟੈਲ, ਰਿਲਾਇੰਸ, ਸਿਫੀ, ਟਾਟਾ, ਜੀਓ। ਸੁਣੇ ਨੇ ਨਾ ਇਹ ਨਾਮ? ਤੁਸੀਂ ਇਹਨਾਂ ਦੇ ਇੰਟਰਨੈਟ ਕਨੈਕਸ਼ਨਸ ਵੀ ਯੂਜ਼ ਕਰਦੇ ਹੋ ਆਪਣੇ ਮੋਬਾਈਲਸ ਵਿੱਚ, PCs ਵਿੱਚ। ਤਾਂ ਇਹ ਕੰਪਨੀਆਂ ਜਿਨ੍ਹਾਂ ਤੋਂ ਅਸੀਂ ਇੰਟਰਨੈਟ ਦੀ ਸਰਵਿਸਿਜ਼ ਲੈਂਦੇ ਹਾਂ, ਇਹਨਾਂ ਨੂੰ ISP ਕਿਹਾ ਜਾਂਦਾ ਹੈ। ਸੋ ਉਹ ਕੰਪਨੀ ਜੋ ਸਾਨੂੰ ਇੰਟਰਨੈਟ ਦੀ ਸੁਵਿਧਾ ਪ੍ਰਦਾਨ ਕਰਦੀ ਹੈ, ਜਿਵੇਂ ਕਿ ਏਅਰਟੈਲ, BSNL, ਜੀਓ ਆਦਿ। ਇਹ ਕੰਪਨੀ ਤੁਹਾਨੂੰ ਸੌਫਟਵੇਅਰ ਪੈਕੇਜ, ਯੂਜ਼ਰ ਨੇਮ, ਪਾਸਵਰਡ ਅਤੇ ਟੈਲੀਫੋਨ ਲਾਈਨ ਇਸਤੇਮਾਲ ਕਰਨ ਲਈ ਦਿੰਦੀ ਹੈ। ਸੋ ਜਦੋਂ ਤੁਸੀਂ ਇੰਟਰਨੈਟ ਕਨੈਕਸ਼ਨ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਕੀ ਮਿਲਦਾ ਹੈ? ਇੱਕ ਸੌਫਟਵੇਅਰ ਪੈਕੇਜ ਜਿਸ ਰਾਹੀਂ ਤੁਸੀਂ ਇੰਟਰਨੈਟ ਵਰਤ ਸਕੋਗੇ, ਇੱਕ ਯੂਜ਼ਰ ਨੇਮ ਅਤੇ ਪਾਸਵਰਡ ਜੋ ਤੁਹਾਡਾ ਲੌਗਇਨ ਆਈਡੈਂਟਿਟੀ ਹੋਵੇਗਾ, ਅਤੇ ਟੈਲੀਫੋਨ ਲਾਈਨ ਕਨੈਕਸ਼ਨ ਜਿਸ ਰਾਹੀਂ ਕਿ ਸੰਚਾਰ ਹੋਵੇਗਾ। ਸੋ ਟੈਲੀਫੋਨ ਵੀ ਇੰਟਰਨੈਟ ਕਨੈਕਸ਼ਨ ਦਾ ਇੱਕ ਇੰਪੋਰਟੈਂਟ ਹਿੱਸਾ ਹੈ। ਇਸ ਰਾਹੀਂ ਹੀ ਡਾਟਾ ਇੱਕ ਸਥਾਨ ਤੋਂ ਦੂਜੇ ਸਥਾਨ ਤੱਕ ਪਹੁੰਚਾਇਆ ਜਾਂਦਾ ਹੈ। ਸੋ ਇੰਟਰਨੈਟ ਸਰਵਿਸ ਪ੍ਰੋਵਾਈਡਰ ਕੰਪਨੀ ਟੈਲੀਫੋਨ ਕਨੈਕਸ਼ਨ ਰਾਹੀਂ ਹੀ ਤੁਹਾਨੂੰ ਇੰਟਰਨੈਟ ਦੀ ਸੁਵਿਧਾ ਪ੍ਰਦਾਨ ਕਰਦੀ ਹੈ। ਸੋ ਇਸ ਦੇ ਬਦਲੇ ਇਹ ਕੰਪਨੀਆਂ ਸਾਡੇ ਕੋਲੋਂ ਫੀਸ ਵੀ ਲੈਂਦੀਆਂ ਹਨ ਅਤੇ ਇਹ ਫੀਸ ਸਾਡੇ ਮਹੀਨਾਵਾਰ ਬਿੱਲ ਅਕਾਊਂਟ ਵਿੱਚ ਜੋੜ ਦਿੱਤੀ ਜਾਂਦੀ ਹੈ। ਤੁਸੀਂ ਬਿੱਲ ਪੇ ਕਰਦੇ ਹੋ ਨਾ, ਮੰਥਲੀ, ਈਅਰਲੀ ਆਦਿ ਤੁਸੀਂ ਪੈਕੇਜ ਲੈ ਸਕਦੇ ਹੋ ਅਤੇ ਰੀਚਾਰਜ ਬੇਸਿਸ ਤੇ ਵੀ ਅਪਲਾਈ ਕਰ ਸਕਦੇ ਹੋ। ਸੋ ISP ਨੂੰ IAP ਭਾਵ ਇੰਟਰਨੈਟ ਐਕਸੈਸ ਪ੍ਰੋਵਾਈਡਰ ਵੀ ਕਿਹਾ ਜਾਂਦਾ ਹੈ। ਸੋ ਬੱਚਿਓ, ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ISP ਦਾ ਹੀ ਦੂਸਰਾ ਨਾਮ IAP ਭਾਵ ਇੰਟਰਨੈਟ ਐਕਸੈਸ ਪ੍ਰੋਵਾਈਡਰ ਵੀ ਹੈ। ਸੋ ਤੁਸੀਂ ਜਾਣ ਗਏ ਕਿ ISP ਕੀ ਹੁੰਦੀ ਹੈ। ਸੋ ਕਿਸ ਤਰ੍ਹਾਂ ਅਸੀਂ ਇੰਟਰਨੈਟ ਸਰਵਿਸ ਪ੍ਰੋਵਾਈਡਰ ਕੰਪਨੀ ਰਾਹੀਂ ਇੰਟਰਨੈਟ ਦੀਆਂ ਸੇਵਾਵਾਂ ਲੈਂਦੇ ਹਾਂ, ਆਓ ਜਾਣੀਏ। ਅਸੀਂ ਜਿਸ ਵੀ PC, ਮੋਬਾਈਲ ਜਾਂ ਲੈਪਟਾਪ ਦੇ ਉੱਪਰ ਇੰਟਰਨੈਟ ਵਰਤਣਾ ਚਾਹੁੰਦੇ ਹਾਂ, ਸਾਨੂੰ ਪਹਿਲਾਂ ਇੰਟਰਨੈਟ ਸਰਵਿਸ ਪ੍ਰੋਵਾਈਡਰ ਕੰਪਨੀ ਨਾਲ ਜੁੜਨਾ ਪਵੇਗਾ। ਇਸ ਲਈ ਅਸੀਂ ਉਸ ਕੰਪਨੀ ਵੱਲੋਂ ਇੱਕ ਫਾਰਮ ਭਰਾਂਗੇ। ਇਹ ਫਾਰਮ ਆਨਲਾਈਨ ਜਾਂ ਆਫਲਾਈਨ ਵੀ ਭਰਿਆ ਜਾ ਸਕਦਾ ਹੈ। ਸੋ ਇੰਟਰਨੈਟ ਸਰਵਿਸ ਪ੍ਰੋਵਾਈਡਰ ਕੰਪਨੀ ਸਾਡੇ ਫਾਰਮ ਨੂੰ ਅਸੈਸ ਕਰਕੇ ਅਪਰੂਵ ਕਰੇਗੀ ਅਤੇ ਸਾਡੇ ਕੋਲੋਂ ਕੁਝ ਪੈਸੇ ਲੈ ਕੇ ਸਾਡੇ ਕੰਪਿਊਟਰ ਨੂੰ ਇੰਟਰਨੈਟ ਦੇ ਨਾਲ ਜੋੜ ਦੇਵੇਗੀ। ਇਸ ਤਰ੍ਹਾਂ ਸਾਡਾ ਕੰਪਿਊਟਰ ISP ਕੰਪਨੀ ਰਾਹੀਂ ਇੰਟਰਨੈਟ ਦੀਆਂ ਸੁਵਿਧਾਵਾਂ ਪ੍ਰਾਪਤ ਕਰਨ ਲਈ ਤਿਆਰ ਹੋ ਜਾਵੇਗਾ। ਸੋ ਤੁਸੀਂ ਸਮਝ ਗਏ ਕਿਸ ਤਰ੍ਹਾਂ ਸਾਡਾ ਕੰਪਿਊਟਰ ISP ਕੰਪਨੀ ਨਾਲ ਜੁੜਦਾ ਹੈ ਅਤੇ ਫਿਰ ਉਹ ਹੁਣ ਗੱਲ ਕਰਦੇ ਹਾਂ ਇੰਟਰਨੈਟ ਕਨੈਕਸ਼ਨ ਦੀਆਂ ਕਿਸਮਾਂ ਦੀ। ਸੋ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮੁੱਖ ਰੂਪ ਵਿੱਚ 5 ਤਰ੍ਹਾਂ ਦੇ ਇੰਟਰਨੈਟ ਕਨੈਕਸ਼ਨਸ ਜੋ ਹਨ ਉਹ ਜ਼ਿਆਦਾ ਪ੍ਰਸਿੱਧ ਹਨ। ਪਹਿਲਾ ਕਨੈਕਸ਼ਨ ਡਾਇਲ ਅਪ ਕਨੈਕਸ਼ਨ। ਇਹ ਸਭ ਤੋਂ ਪੁਰਾਣੇ ਟਾਈਪ ਦਾ ਇੰਟਰਨੈਟ ਕਨੈਕਸ਼ਨ ਦਾ ਕਿਸਮ ਹੈ। ਡਾਇਲ ਅਪ ਕਨੈਕਸ਼ਨ ਬਹੁਤ ਹੀ ਸਲੋ ਸਪੀਡ ਤੇ ਕੰਮ ਕਰਦੇ ਸਨ। ਇਸ ਵਿੱਚ ਇੱਕ ਨੰਬਰ ਨੂੰ ਡਾਇਲ ਕਰਕੇ ਇੰਟਰਨੈਟ ਨਾਲ ਜੁੜਿਆ ਜਾਂਦਾ ਸੀ। ਇਸ ਲਈ ਇਸ ਨੂੰ ਡਾਇਲ ਅਪ ਕਨੈਕਸ਼ਨ ਕਿਹਾ ਜਾਂਦਾ ਸੀ।
ਇਸ ਦੀ ਵਰਤੋਂ ਅੱਜ ਕੱਲ੍ਹ ਬਹੁਤ ਹੀ ਘੱਟ ਹੁੰਦੀ ਹੈ ਕਿਉਂਕਿ ਇਹ ਬਹੁਤ ਹੀ ਸਲੋ ਹੁੰਦੇ ਹਨ। ਅੱਜ ਕੱਲ੍ਹ ਇਸ ਨੂੰ ਵੈਸੇ ਵਰਤਿਆ ਨਹੀਂ ਜਾਂਦਾ। ਦੂਸਰੀ ਕਿਸਮ ਦੇ ਇੰਟਰਨੈਟ ਕਨੈਕਸ਼ਨ ਹਨ ਬ੍ਰੌਡਬੈਂਡ। ਇਹ ਨਾਮ ਤਾਂ ਤੁਸੀਂ ਆਮ ਹੀ ਸੁਣਿਆ ਹੋਵੇਗਾ। ਬ੍ਰੌਡਬੈਂਡ ਕਨੈਕਸ਼ਨ ਇੱਕ ਤੇਜ਼ ਰਫ਼ਤਾਰ ਵਾਲੇ ਮੋਡਮ ਹੁੰਦੇ ਹਨ। ਆਮ ਤੌਰ ਤੇ ਕੰਪਨੀਆਂ, ਦਫ਼ਤਰਾਂ, ਸਕੂਲਾਂ ਆਦਿ ਵਿੱਚ ਬ੍ਰੌਡਬੈਂਡ ਕਨੈਕਸ਼ਨਸ ਦੀ ਵਰਤੋਂ ਕੀਤੀ ਜਾਂਦੀ ਹੈ। ਇੱਥੇ ਇੱਕ ਤਾਰ ਰਾਹੀਂ ਟੈਲੀਫੋਨ ਲਾਈਨਾਂ ਦੁਆਰਾ ਮੋਡਮ ਰਾਹੀਂ ਅਸੀਂ ਕੰਪਿਊਟਰ ਨਾਲ ਇੰਟਰਨੈਟ ਨਾਲ ਜੁੜਦੇ ਹਾਂ। ਤੀਸਰੀ ਕਿਸਮ ਦਾ ਇੰਟਰਨੈਟ ਕਨੈਕਸ਼ਨ ਹੈ ਵਾਇਰਲੈਸ, ਜਿਸ ਨੂੰ ਕਿ ਤੁਸੀਂ ਵਾਈਫਾਈ ਦੇ ਨਾਮ ਨਾਲ ਵੀ ਅੱਜ ਕੱਲ੍ਹ ਜਾਣਦੇ ਹੋ। ਇਸ ਨਾਲ ਕਈ ਤਰ੍ਹਾਂ ਦੇ ਕੰਪਿਊਟਰ, ਮੋਬਾਈਲ ਜਾਂ ਇਲੈਕਟ੍ਰੋਨਿਕ ਯੰਤਰ ਇੱਕ ਹੀ ਕਨੈਕਸ਼ਨ ਤੋਂ ਇੰਟਰਨੈਟ ਨੂੰ ਸਾਂਝਾ ਕਰ ਸਕਦੇ ਹਨ। ਸੋ ਇਹ ਵੀ ਅੱਜ ਕੱਲ੍ਹ ਬਹੁਤ ਹੀ ਜ਼ਿਆਦਾ ਪੋਪੂਲਰ ਹਨ। ਇਸ ਤੋਂ ਇਲਾਵਾ ਕਈ ਛੋਟੇ ਵਪਾਰੀ ਜਾਂ ਪਰਸਨਲ ਯੂਜ਼ਰਸ DSL ਭਾਵ ਡਿਜੀਟਲ ਸਬਸਕ੍ਰਾਈਬਰ ਲਾਈਨ ਨਾਮ ਦੇ ਇੰਟਰਨੈਟ ਕਨੈਕਸ਼ਨ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਹ ਬਹੁਤ ਹੀ ਹਾਈ ਸਪੀਡ ਇੰਟਰਨੈਟ ਕਨੈਕਸ਼ਨ ਹੁੰਦਾ ਹੈ ਅਤੇ ਇਸ ਵਿੱਚ ਦੂਸਰੇ ਆਸ-ਪਾਸ ਦੇ ਯੂਜ਼ਰਸ ਦੀ ਇੰਟਰਨੈਟ ਦੀ ਵਰਤੋਂ ਦੀ ਇੰਟਰਫੀਅਰੈਂਸ ਨਹੀਂ ਹੁੰਦੀ ਹੈ। ਇਸ ਨੂੰ DSL ਭਾਵ ਡਿਜੀਟਲ ਸਬਸਕ੍ਰਾਈਬਰ ਲਾਈਨ ਕਿਹਾ ਜਾਂਦਾ ਹੈ। ਇਹ ਯੂਜ਼ਰ ਦੀ ਪਰਸਨਲ ਇੰਟਰਨੈਟ ਕਨੈਕਸ਼ਨ ਹੁੰਦੀ ਹੈ, ਭਾਵ ਉਹ ਇਕੱਲਾ ਹੀ ਇਸ ਨੂੰ ਯੂਜ਼ ਕਰਦਾ ਹੈ ਅਤੇ ਇਹ ਬਹੁਤ ਤੇਜ਼ ਰਫ਼ਤਾਰ ਹੁੰਦੀ ਹੈ। ਇਸ ਤੋਂ ਇਲਾਵਾ ਜੋ ਪੰਜਵੀਂ ਕਿਸਮ ਦਾ ਕਨੈਕਸ਼ਨ ਹੈ, ਸੋ ਆਓ ਹੁਣ ਇਹਨਾਂ ਇੰਟਰਨੈਟ ਕਨੈਕਸ਼ਨਾਂ ਬਾਰੇ ਥੋੜ੍ਹਾ ਹੋਰ ਜਾਣੀਏ। ਸੋ ਸਭ ਤੋਂ ਪਹਿਲਾ ਇੰਟਰਨੈਟ ਕਨੈਕਸ਼ਨ ਸੀ ਡਾਇਲ ਅਪ ਕਨੈਕਸ਼ਨ। ਜਦੋਂ ਸਾਲ 1996 ਵਿੱਚ ਇੰਟਰਨੈਟ ਹੋਂਦ ਵਿੱਚ ਆਇਆ ਅਤੇ ਇਸ ਦਾ ਰੁਝਾਨ ਵਧਣ ਲੱਗਾ, ਉਦੋਂ ਇਹ ਡਾਇਲ ਅਪ ਕਨੈਕਸ਼ਨ ਸ਼ੁਰੂ ਹੋਏ। ਇਸ ਦੀ ਸਪੀਡ ਬਹੁਤ ਹੀ ਘੱਟ ਸੀ ਅਤੇ ਡਾਟਾ ਟ੍ਰਾਂਸਫਰ ਕੁਆਲਿਟੀ ਵੀ ਕੋਈ ਬਹੁਤੀ ਵਧੀਆ ਨਹੀਂ ਸੀ। ਇਸ ਕਨੈਕਸ਼ਨ ਵਿੱਚ ਜੁੜਨ ਲਈ ਇੱਕ ਨੰਬਰ ਡਾਇਲ ਕਰਕੇ ਇੰਟਰਨੈਟ ਲਾਈਨ ਨਾਲ ਜੁੜਨਾ ਪੈਂਦਾ ਸੀ। ਸੋ ਇੱਕ ਨੰਬਰ ਡਾਇਲ ਹੁੰਦਾ ਸੀ ਤੇ ਫਿਰ ਸਲੋਲੀ ਉਸ ਨਾਲ ਜੁੜਿਆ ਜਾਂਦਾ ਸੀ। ਇੱਕ ਯੂਜ਼ਰ ਨੇਮ ਅਤੇ ਪਾਸਵਰਡ ਭਰ ਕੇ ਡਾਇਲ ਕੀਤਾ ਜਾਂਦਾ ਸੀ ਅਤੇ ਇਸ ਤਰ੍ਹਾਂ ਇੰਟਰਨੈਟ ਨਾਲ ਜੁੜਿਆ ਜਾਂਦਾ ਸੀ। ਇਹ ਇੱਕ ਸਲੋ ਪ੍ਰੋਸੈਸ ਸੀ। ਸੋ ਇਸ ਵਿੱਚ ਪਹਿਲਾਂ ਤੋਂ ਹੀ ਮੌਜੂਦ ਟੈਲੀਫੋਨ ਤਾਰਾਂ ਰਾਹੀਂ ਡਾਟਾ, ਕਿਉਂਕਿ ਇੰਟਰਨੈਟ ਕਨੈਕਸ਼ਨ ਜੋ ਕਿ ਡਾਇਲ ਅਪ ਕਨੈਕਸ਼ਨ ਸੀ, ਉਸ ਦੀ ਕੁਆਲਿਟੀ ਜ਼ਿਆਦਾ ਵਧੀਆ ਨਹੀਂ ਸੀ। ਜਦੋਂ ਇੰਟਰਨੈਟ ਦੀ ਵਰਤੋਂ ਵਧਣ ਲੱਗੀ ਅਤੇ ਯੂਜ਼ਰਸ ਨੂੰ ਜ਼ਿਆਦਾ ਡਾਟਾ ਦੀ ਲੋੜ ਪਈ ਤਾਂ ਤੇਜ਼ ਡਾਟਾ ਟ੍ਰਾਂਸਫਰ ਲਈ ਇਸ ਇੰਟਰਨੈਟ ਕਨੈਕਸ਼ਨ ਦੀ ਕੁਆਲਿਟੀ ਨੂੰ ਸੁਧਾਰਦੇ ਹੋਏ ਬ੍ਰੌਡਬੈਂਡ ਕਨੈਕਸ਼ਨਸ ਜੋ ਸੀ ਉਹ ਹੋਂਦ ਵਿੱਚ ਆਏ ਅਤੇ ਅੱਜ ਵੀ ਇਹ ਕਾਫੀ ਪ੍ਰਚਲਿਤ ਹਨ। ਇਸ ਤਰ੍ਹਾਂ ਦੇ ਕਨੈਕਸ਼ਨ ਵਿੱਚ ਜੋ ਯੰਤਰ, ਇਲੈਕਟ੍ਰੋਨਿਕ ਯੰਤਰ ਭਾਵ ਜਿਵੇਂ ਕੰਪਿਊਟਰ ਆਦਿ ਨੂੰ ਫਿਜ਼ੀਕਲੀ ਤਾਰਾਂ ਰਾਹੀਂ ਮੋਡਮ ਨਾਲ ਜੁੜਨਾ ਪੈਂਦਾ ਹੈ। ਸੋ ਤਾਰਾਂ ਰਾਹੀਂ ਮੋਡਮ ਨਾਲ ਕੰਪਿਊਟਰ ਨੂੰ ਜੋੜਿਆ ਜਾਂਦਾ ਹੈ। ਇਸ ਵਿੱਚ ਕੇਬਲਸ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸੋ ਤਾਰਾਂ ਰਾਹੀਂ ਕੰਪਿਊਟਰ ਮੋਡਮ ਨਾਲ ਜੁੜਦਾ ਹੈ। ਇਸ ਦੀ ਸਪੀਡ ਬਿਹਤਰ ਹੋਣ ਕਾਰਨ ਹੁਣ ਗੱਲ ਕਰਦੇ ਹਾਂ ਵਾਈਫਾਈ ਕਨੈਕਸ਼ਨ ਦੀ, ਜੋ ਕਿ ਅੱਜ ਕੱਲ੍ਹ ਸਭ ਤੋਂ ਵਧੇਰੇ ਅਤੇ ਪ੍ਰਚਲਿਤ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਅਸੀਂ ਸਭ ਤੋਂ ਵੱਧ ਕਰ ਰਹੇ ਹਾਂ। ਸੋ ਜਿਵੇਂ ਕਿ ਤਸਵੀਰ ਵਿੱਚ ਤੁਸੀਂ ਦੇਖ ਰਹੇ ਹੋ, ਇੱਕ ਵਾਈਫਾਈ ਮੋਡਮ ਨਾਲ ਕਈ ਸਾਰੇ ਯੰਤਰ ਜੁੜੇ ਹੋਏ ਹਨ। ਇਹ ਬਹੁਤ ਹੀ ਵਧੀਆ ਅਤੇ ਹਾਈ ਸਪੀਡ ਡਾਟਾ ਟ੍ਰਾਂਸਫਰ ਲਈ ਵਰਤੇ ਜਾਂਦੇ ਹਨ। ਇਸ ਵਿੱਚ ਟੈਲੀਫੋਨ ਤਾਰਾਂ ਦੀ ਬਜਾਏ ਰੇਡੀਓ ਤਰੰਗਾਂ ਰਾਹੀਂ ਡਾਟਾ ਟ੍ਰਾਂਸਫਰ ਹੁੰਦਾ ਹੈ, ਜਿਵੇਂ ਕਿ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ। ਸੋ ਰੇਡੀਓ ਤਰੰਗਾਂ ਰਾਹੀਂ, ਨਾ ਕਿ ਕੇਬਲਸ ਰਾਹੀਂ। ਇਸ ਲਈ ਜਿੰਨੇ ਮਰਜ਼ੀ ਯੰਤਰ ਅਸੀਂ ਇਸ ਨਾਲ ਜੋੜ ਕੇ ਤੇ ਡਾਟਾ ਸ਼ੇਅਰ ਕਰ ਸਕਦੇ ਹਾਂ। ਸੋ ਇਸ ਵਿੱਚ ਕਈ ਇਲੈਕਟ੍ਰੋਨਿਕ ਯੰਤਰ ਇੱਕ ਹੀ ਮੋਡਮ ਨਾਲ ਜੁੜ ਕੇ ਡਾਟਾ। ਆਓ ਹੁਣ ਉਸ ਇਲੈਕਟ੍ਰੋਨਿਕ ਯੰਤਰ ਬਾਰੇ ਜਾਣਦੇ ਹਾਂ ਜਿਸ ਦਾ ਕਿ ਇੰਟਰਨੈਟ ਵਿੱਚ ਬਹੁਤ ਹੀ ਮਹੱਤਵਪੂਰਨ ਰੋਲ ਹੈ।
ਭਾਵ ਮੋਡਮ। ਜਿਵੇਂ ਕਿ ਤਸਵੀਰ ਵਿੱਚ ਡਾਟਾ ਸੰਚਾਰ ਹੁੰਦਾ ਨਜ਼ਰ ਆ ਰਿਹਾ ਹੈ। ਇੱਕ ਕੰਪਿਊਟਰ ਜਿਸ ਤੋਂ ਕਿ ਡਾਟਾ ਟ੍ਰਾਂਸਫਰ ਹੋ ਕੇ ਦੂਸਰੇ ਕੰਪਿਊਟਰ ਤੱਕ ਜਾਂਦਾ ਹੈ। ਜੋ ਕੰਪਿਊਟਰ ਡਾਟਾ ਭੇਜਦਾ ਹੈ ਉਸ ਨੂੰ ਸੈਂਡਰ ਕਿਹਾ ਜਾਂਦਾ ਹੈ ਅਤੇ ਉਹ ਕੰਪਿਊਟਰ ਜਿਸ ਤੱਕ ਡਾਟਾ ਜਾਣਾ ਹੈ ਉਸ ਨੂੰ ਰਿਸੀਵਰ ਕਿਹਾ ਜਾਂਦਾ ਹੈ। ਇਸ ਪੂਰੇ ਪ੍ਰੋਸੈਸ ਵਿੱਚ ਜੋ ਯੰਤਰ ਡਾਟਾ ਟ੍ਰਾਂਸਫਰ ਦਾ ਕੰਮ ਕਰਦਾ ਹੈ ਉਹ ਹੈ ਮੋਡਮ। ਆਓ ਜਾਣੀਏ ਕਿਵੇਂ। ਸੋ ਜਦੋਂ ਸੈਂਡਰ ਜੋ ਕਿ ਤੁਹਾਡਾ ਕੰਪਿਊਟਰ ਹੈ ਕੋਈ ਵੀ ਡਾਟਾ ਜਨਰੇਟ ਕਰਦਾ ਹੈ ਤਾਂ ਬੱਚਿਓ ਤੁਸੀਂ ਜਾਣਦੇ ਹੀ ਹੋ ਕਿ ਕੰਪਿਊਟਰ ਵਿੱਚ ਜੋ ਡਾਟਾ ਜਾਂ ਮੇਲ ਜਾਂ ਫਾਈਲ ਬਣਾਈ ਜਾਂਦੀ ਹੈ ਟਾਈਪ ਕਰਕੇ ਬਣਾਈ ਜਾਂਦੀ ਹੈ। ਇਸ ਤਰ੍ਹਾਂ ਦੇ ਡਾਟਾ ਨੂੰ ਕਿਹਾ ਜਾਂਦਾ ਹੈ ਡਿਜੀਟਲ ਡਾਟਾ, ਜੋ ਕਿ 0 ਅਤੇ 1 ਨੂੰ ਮਿਲਾ ਕੇ ਬਣਦਾ ਹੈ। ਸੋ ਡਿਜੀਟਲ ਡਾਟਾ ਕੰਪਿਊਟਰ ਵੱਲੋਂ ਬਣਾਇਆ ਜਾਂਦਾ ਹੈ। ਇਹ ਡਾਟਾ ਜਦੋਂ ਟੈਲੀਫੋਨ ਤਾਰਾਂ ਰਾਹੀਂ ਸੰਚਾਰ ਕਰਦਾ ਹੈ ਤਾਂ ਇਸ ਨੂੰ ਐਨਾਲੌਗ ਡਾਟਾ ਕਿਹਾ ਜਾਂਦਾ ਹੈ, ਕਿਉਂਕਿ ਟੈਲੀਫੋਨ ਤਾਰਾਂ ਤਾਂ ਐਨਾਲੌਗ ਸਿਗਨਲ ਨੂੰ ਹੀ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾ ਸਕਦੀਆਂ ਹਨ। ਤਾਂ ਕਿਸ ਤਰ੍ਹਾਂ ਡਿਜੀਟਲ ਡਾਟਾ ਜੋ ਕਿ ਕੰਪਿਊਟਰ ਵੱਲੋਂ ਬਣਾਇਆ ਗਿਆ ਹੈ ਉਹ ਐਨਾਲੌਗ ਸਿਗਨਲ ਵਿੱਚ ਬਦਲ ਜਾਂਦਾ ਹੈ, ਤਾਂ ਇਹ ਸਾਰਾ ਕੰਮ ਹੈ ਮੋਡਮ ਦਾ। ਸੋ ਜਦੋਂ ਕੰਪਿਊਟਰ ਡਿਜੀਟਲ ਡਾਟਾ ਬਣਾਉਂਦਾ ਹੈ ਤਾਂ ਸੈਂਡਰ ਦੇ ਨਾਲ ਲੱਗਾ ਹੋਇਆ ਮੋਡਮ ਉਸ ਡਿਜੀਟਲ ਡਾਟਾ ਨੂੰ ਐਨਾਲੌਗ ਡਾਟਾ ਵਿੱਚ ਤਬਦੀਲ ਕਰ ਦਿੰਦਾ ਹੈ। ਇਸ ਨੂੰ ਕਹਿੰਦੇ ਹਨ ਮੋਡੂਲੇਸ਼ਨ। ਫਿਰ ਜਦੋਂ ਉਹ ਡਾਟਾ ਟੈਲੀਫੋਨ ਤਾਰਾਂ ਰਾਹੀਂ ਐਨਾਲੌਗ ਰੂਪ ਵਿੱਚ ਜਾਂਦਾ ਹੋਇਆ ਰਿਸੀਵਰ ਤੱਕ ਪਹੁੰਚਦਾ ਹੈ ਤਾਂ ਉੱਥੇ ਲੱਗਾ ਹੋਇਆ ਮੋਡਮ ਇਸ ਨੂੰ ਐਨਾਲੌਗ ਸਿਗਨਲ ਤੋਂ ਡਿਜੀਟਲ ਸਿਗਨਲ ਵਿੱਚ ਵਾਪਸ ਬਦਲ ਦਿੰਦਾ ਹੈ, ਤਾਂ ਇਸ ਨੂੰ ਕਹਿੰਦੇ ਹਨ ਡੀਮੋਡੂਲੇਸ਼ਨ। ਤਾਂ ਤੁਸੀਂ ਜਾਣਿਆ ਕਿਸ ਤਰ੍ਹਾਂ ਮੋਡਮ ਪਹਿਲੇ ਡਿਜੀਟਲ ਸਿਗਨਲ ਨੂੰ ਐਨਾਲੌਗ ਸਿਗਨਲ ਵਿੱਚ ਅਤੇ ਫਿਰ ਐਨਾਲੌਗ ਸਿਗਨਲ ਨੂੰ ਡਿਜੀਟਲ ਸਿਗਨਲ ਵਿੱਚ ਬਦਲ ਦਿੰਦਾ ਹੈ। ਇਸ ਪੂਰੇ ਪ੍ਰੋਸੈਸ ਨੂੰ ਮੋਡੂਲੇਸ਼ਨ ਅਤੇ ਡੀਮੋਡੂਲੇਸ਼ਨ ਕਿਹਾ ਜਾਂਦਾ ਹੈ। ਸੋ ਇਸ ਕਰਕੇ ਮੋਡਮ ਦਾ ਨਾਮ ਪਿਆ। ਆਓ ਹੁਣ ਮੋਡਮ ਕਿਸ ਤਰ੍ਹਾਂ ਕੰਮ ਕਰਦਾ ਹੈ ਇਸ ਨੂੰ ਹੋਰ ਡਿਟੇਲ ਵਿੱਚ ਜਾਣੀਏ। ਸੋ ਇੱਕ ਕੰਪਿਊਟਰ ਜੋ ਕਿ ਸੈਂਡਰ ਹੁੰਦਾ ਹੈ, ਜੋ ਕਿ ਸੰਦੇਸ਼ ਭੇਜਣਾ ਚਾਹੁੰਦਾ ਹੈ, ਅਤੇ ਦੂਸਰਾ ਰਿਸੀਵਰ ਜਿਸ ਤੱਕ ਸੰਦੇਸ਼ ਭੇਜਣਾ ਚਾਹੁੰਦਾ ਹੈ। ਸੋ ਸੈਂਡਰ ਆਪਣੇ ਸੰਦੇਸ਼ ਨੂੰ ਇੱਕ ਨੈਟਵਰਕ ਜਿਸ ਨੂੰ ਕਿ ਇੰਟਰਨੈਟ ਕਿਹਾ ਜਾਂਦਾ ਹੈ ਉਸ ਰਾਹੀਂ ਰਿਸੀਵਰ ਤੱਕ ਭੇਜਦਾ ਹੈ। ਇਸ ਪ੍ਰੋਸੈਸ ਵਿੱਚ ਮੋਡਮ ਦਾ ਕੀ ਕੰਮ ਹੈ ਆਓ ਇਸ ਨੂੰ ਹੋਰ ਜਾਣਦੇ ਹਾਂ। ਸੋ ਸਭ ਤੋਂ ਪਹਿਲਾਂ ਸੈਂਡਰ ਐਂਡ ਵਾਲਾ ਮੋਡਮ ਸੈਂਡਰ ਤੋਂ ਡਾਟਾ ਰਿਸੀਵ ਕਰਦਾ ਹੈ। ਇਹ ਡਾਟਾ ਸੈਂਡਰ ਵੱਲੋਂ ਭੇਜਿਆ ਜਾਂਦਾ ਹੈ, ਜੋ ਕਿ ਕੋਈ ਵੀ ਫਾਈਲ, ਕੋਈ ਟਾਈਪ ਕੀਤਾ ਹੋਇਆ ਡਾਕੂਮੈਂਟ, ਕੋਈ ਈਮੇਲ, ਕੋਈ ਤਸਵੀਰ, ਇਮੇਜ ਆਦਿ ਕੁਝ ਵੀ ਹੋ ਸਕਦਾ ਹੈ। ਸੋ ਕੰਪਿਊਟਰ ਵੱਲੋਂ ਜਨਰੇਟ ਕੀਤਾ ਗਿਆ ਡਾਟਾ ਜਿਸ ਨੂੰ ਕਿ ਡਿਜੀਟਲ ਡਾਟਾ ਕਿਹਾ ਜਾਂਦਾ ਹੈ, ਉਸ ਨੂੰ ਇੰਟਰਨੈਟ ਤੇ ਭੇਜਣ ਤੋਂ ਪਹਿਲਾਂ ਮੋਡਮ ਡਿਜੀਟਲ ਸਿਗਨਲ ਤੋਂ ਐਨਾਲੌਗ ਸਿਗਨਲ ਵਿੱਚ ਤਬਦੀਲ ਕਰ ਦਿੰਦਾ ਹੈ। ਇਸ ਨੂੰ D2A ਟ੍ਰਾਂਸਫਰਮੇਸ਼ਨ ਕਿਹਾ ਜਾਂਦਾ ਹੈ। ਇਸ ਪ੍ਰੋਸੈਸ ਨੂੰ ਮੋਡੂਲੇਸ਼ਨ ਕਿਹਾ ਜਾਂਦਾ ਹੈ, ਜੋ ਕਿ ਅਸੀਂ ਪੜ੍ਹਿਆ ਸੀ ਨਾ ਮੋਡੂਲੇਟਰ। ਸੋ ਮੋਡੂਲੇਟਰ ਮੋਡੂਲੇਸ਼ਨ ਤੋਂ ਬਣਿਆ। ਸੋ ਸੈਂਡਰ ਐਂਡ ਤੇ ਮੋਡਮ ਮੋਡੂਲੇਸ਼ਨ ਕਰਦਾ ਹੈ, ਭਾਵ ਡਿਜੀਟਲ ਸਿਗਨਲ ਨੂੰ ਐਨਾਲੌਗ ਸਿਗਨਲ ਵਿੱਚ ਬਦਲ ਦਿੰਦਾ ਹੈ। ਇਸ ਨੂੰ ਮੋਡੂਲੇਸ਼ਨ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਡਾਟਾ ਇੰਟਰਨੈਟ ਰਾਹੀਂ ਟਰੈਵਲ ਕਰਦਾ ਹੋਇਆ ਰਿਸੀਵਰ ਐਂਡ ਤੱਕ ਪਹੁੰਚਣ ਤੋਂ ਪਹਿਲੇ ਉੱਥੇ ਲੱਗਿਆ ਹੋਇਆ ਮੋਡਮ ਉਸ ਡਾਟਾ ਨੂੰ ਇੰਟਰਨੈਟ ਤੋਂ ਲੈ ਕੇ ਪਹਿਲਾਂ ਐਨਾਲੌਗ ਸਿਗਨਲ ਤੋਂ ਡਿਜੀਟਲ ਸਿਗਨਲ ਵਿੱਚ ਤਬਦੀਲ ਕਰ ਦਿੰਦਾ ਹੈ, ਕਿਉਂਕਿ ਉਹ ਡਾਟਾ ਐਨਾਲੌਗ ਰੂਪ ਵਿੱਚ ਹੀ ਤਾਰਾਂ ਤੋਂ ਜਾਂ
ਸੈਟੇਲਾਈਟ ਆਦਿ ਰਾਹੀਂ ਟਰੈਵਲ ਕਰਦਾ ਹੋਇਆ ਰਿਸੀਵਰ ਤੱਕ ਪਹੁੰਚਦਾ ਹੈ, ਪਰ ਉੱਥੇ ਲੱਗਾ ਹੋਇਆ ਮੋਡਮ ਪਹਿਲੇ ਉਸ ਨੂੰ ਵਾਪਸ ਕੰਪਿਊਟਰ ਰੀਡੇਬਲ ਫਾਰਮ ਵਿੱਚ ਬਦਲਦਾ ਹੈ। ਇਸ ਪ੍ਰੋਸੈਸ ਨੂੰ A to D ਟਰਾਂਸਫਰਮੇਸ਼ਨ ਕਿਹਾ ਜਾਂਦਾ ਹੈ। ਦੂਸਰੇ ਸ਼ਬਦਾਂ ਵਿੱਚ ਇਸ ਨੂੰ ਡੀਮੋਡੂਲੇਸ਼ਨ ਕਿਹਾ ਜਾਂਦਾ ਹੈ। ਸੋ ਭਾਵ ਐਨਾਲੌਗ ਤੋਂ ਡਿਜੀਟਲ, ਐਨਾਲੌਗ ਸਿਗਨਲ ਤੋਂ ਡਿਜੀਟਲ ਸਿਗਨਲ ਵਿੱਚ ਟਰਾਂਸਫਰਮੇਸ਼ਨ, ਜਿਸ ਨੂੰ ਕਿ ਡੀਮੋਡੂਲੇਸ਼ਨ ਕਿਹਾ ਜਾਂਦਾ ਹੈ। ਇਸ ਤਰ੍ਹਾਂ ਰਿਸੀਵਰ ਐਂਡ ਤੇ ਮੋਡਮ ਡੀਮੋਡੂਲੇਸ਼ਨ ਕਰਦਾ ਹੈ। ਸੋ ਮੋਡੂਲੇਟਰ ਮੋਡੂਲੇਸ਼ਨ ਅਤੇ ਡੀਮੋਡੂਲੇਸ਼ਨ ਦਾ ਕੰਮ ਕਰਦਾ ਹੈ ਤੇ ਫਾਈਨਲੀ ਉਸ ਡਾਟਾ ਨੂੰ ਜੋ ਕਿ ਵਾਪਸ ਡਿਜੀਟਲ ਰੂਪ ਵਿੱਚ ਬਦਲ ਚੁੱਕਾ ਹੁੰਦਾ ਹੈ ਉਸ ਨੂੰ ਰਿਸੀਵਰ ਤੱਕ ਪਹੁੰਚਾ ਦਿੰਦਾ ਹੈ, ਤਾਂ ਰਿਸੀਵਰ ਬਿਲਕੁਲ ਉਸੇ ਰੂਪ ਵਿੱਚ ਡਾਟਾ ਨੂੰ ਹਾਸਿਲ ਕਰ ਲੈਂਦਾ ਹੈ ਜਿਸ ਰੂਪ ਵਿੱਚ ਕਿ ਸੈਂਡਰ ਨੇ ਉਸ ਨੂੰ ਭੇਜਿਆ ਹੁੰਦਾ ਹੈ, ਤੇ ਵਿੱਚ ਵਾਲੀ ਟਰਾਂਸਫਰਮੇਸ਼ਨ ਦਾ ਪਤਾ ਵੀ ਨਹੀਂ ਚੱਲਦਾ। ਸੋ ਇਹ ਸਾਰਾ ਕੰਮ ਮੋਡਮ ਦਾ ਹੈ। ਸੋ ਬੱਚਿਓ, ਤੁਸੀਂ ਜਾਣ ਗਏ ਕਿ ਮੋਡਮ ਦਾ ਕੀ ਕੰਮ ਹੈ। ਸੋ ਮੋਡਮ ਇੱਕ ਅਜਿਹਾ ਯੰਤਰ ਹੈ ਜੋ ਕਿ ਡਿਜੀਟਲ ਸਿਗਨਲ ਨੂੰ ਐਨਾਲੌਗ ਸਿਗਨਲ ਵਿੱਚ ਅਤੇ ਫਿਰ ਐਨਾਲੌਗ ਸਿਗਨਲ ਨੂੰ ਵਾਪਸ ਡਿਜੀਟਲ ਸਿਗਨਲ ਵਿੱਚ ਬਦਲਣ ਦਾ ਕੰਮ ਕਰਦਾ ਹੈ। ਇਸ ਲਈ ਇਸ ਨੂੰ ਹੁਣ ਜਾਣਦੇ ਹਾਂ ਕਿ ਮੋਡਮ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ। ਤਾਂ ਬੱਚਿਓ, ਮੋਡਮ ਜਿਸ ਨੂੰ ਕਿ ਮੋਡੂਲੇਟਰ ਅਤੇ ਡੀਮੋਡੂਲੇਟਰ ਕਿਹਾ ਜਾਂਦਾ ਹੈ, ਜੋ ਕਿ ਅਸੀਂ ਹੁਣੇ ਹੀ ਪੜ੍ਹਿਆ ਹੈ, ਇਹ ਦੋ ਤਰ੍ਹਾਂ ਦਾ ਹੁੰਦਾ ਹੈ। ਪਹਿਲਾ ਇੰਟਰਨਲ ਮੋਡਮ, ਜੋ ਕਿ ਇਸ ਤਰ੍ਹਾਂ ਦਾ ਦਿਖਦਾ ਹੈ। ਇੰਟਰਨਲ ਮੋਡਮ ਕੰਪਿਊਟਰ ਦੇ ਅੰਦਰ ਲੱਗਿਆ ਹੁੰਦਾ ਹੈ। ਅੰਦਰ ਭਾਵ ਅੰਦਰੂਨੀ, ਇਸ ਲਈ ਇਸ ਨੂੰ ਇੰਟਰਨਲ ਮੋਡਮ ਕਿਹਾ ਜਾਂਦਾ ਹੈ। ਇਹ CPU ਦੇ ਅੰਦਰ ਫਿੱਟ ਕੀਤਾ ਜਾਂਦਾ ਹੈ, ਕੁਝ ਇਸ ਤਰ੍ਹਾਂ ਜਿਵੇਂ ਕਿ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ, CPU ਦੇ ਨਾਲ ਲੱਗਾ ਹੁੰਦਾ ਹੈ। ਸੋ ਉਹ ਮੋਡਮ ਜੋ ਕਿ ਕੰਪਿਊਟਰ ਦੇ ਅੰਦਰ ਲੱਗਾ ਹੁੰਦਾ ਹੈ ਉਸ ਨੂੰ ਅਸੀਂ ਇੰਟਰਨਲ ਮੋਡਮ ਕਹਿੰਦੇ ਹਾਂ, ਭਾਵ ਅੰਦਰੂਨੀ ਮੋਡਮ। ਇੱਕ ਪਲੱਗ ਦੁਆਰਾ ਟੈਲੀਫੋਨ ਤਾਰਾਂ ਮੋਡਮ ਤੱਕ ਪਹੁੰਚਾਈਆਂ ਜਾਂਦੀਆਂ ਹਨ। ਸੋ ਇਹ ਅੰਦਰੂਨੀ ਮੋਡਮ ਹੈ ਜੋ ਕਿ CPU ਦੇ ਅੰਦਰ ਲੱਗੇਗਾ ਅਤੇ ਇਸ ਪਲੱਗ ਦੇ ਵਿੱਚ ਮੋਡਮ ਦੀਆਂ ਤਾਰਾਂ ਪਹੁੰਚਾਈਆਂ ਜਾਂਦੀਆਂ ਹਨ, ਟੈਲੀਫੋਨ ਦੀਆਂ ਤਾਰਾਂ ਪਹੁੰਚਾਈਆਂ ਜਾਂਦੀਆਂ ਹਨ। ਦੂਸਰੀ ਤਰ੍ਹਾਂ ਦਾ ਮੋਡਮ ਹੈ ਐਕਸਟਰਨਲ ਮੋਡਮ, ਜੋ ਕਿ ਇਸ ਤਰ੍ਹਾਂ ਦਾ ਦਿਖਦਾ ਹੈ। ਇਹ ਬਾਹਰੀ ਤੌਰ ਤੇ ਕੰਪਿਊਟਰ ਦੇ ਬਾਹਰ ਲਗਾਇਆ ਜਾਂਦਾ ਹੈ, ਸੋ ਇਸ ਨੂੰ ਐਕਸਟਰਨਲ ਮੋਡਮ ਕਿਹਾ ਜਾਂਦਾ ਹੈ। ਉਹ ਮੋਡਮ ਜੋ ਕਿ ਕੰਪਿਊਟਰ ਦੇ ਬਾਹਰ ਲੱਗਾ ਹੁੰਦਾ ਹੈ ਉਸ ਨੂੰ ਐਕਸਟਰਨਲ ਮੋਡਮ ਕਿਹਾ ਜਾਂਦਾ ਹੈ। ਇਹ ਤਾਰਾਂ ਦੇ ਜ਼ਰੀਏ ਕੰਪਿਊਟਰ ਨਾਲ ਬਾਹਰੀ ਤੌਰ ਤੇ। ਹੁਣ ਜਾਣਦੇ ਹਾਂ ਕਿ ਸਪੀਡ ਦੇ ਆਧਾਰ ਤੇ ਮੋਡਮ ਕਿੰਨੀ ਤਰ੍ਹਾਂ ਦੇ ਹੁੰਦੇ ਹਨ। ਸੋ ਪਿਆਰੇ ਬੱਚਿਓ, ਸਪੀਡ ਦੇ ਆਧਾਰ ਤੇ ਮੋਡਮ ਦੋ ਤਰ੍ਹਾਂ ਦੇ ਹੁੰਦੇ ਹਨ। ਧੀਮੀ ਰਫ਼ਤਾਰ ਵਾਲੇ ਮੋਡਮ, ਪਹਿਲੇ ਇਸ ਦੀ ਗੱਲ ਕਰਦੇ ਹਾਂ। ਸੋ ਧੀਮੀ ਰਫ਼ਤਾਰ ਵਾਲੇ ਮੋਡਮ ਡਾਟਾ ਟਰਾਂਸਮਿਸ਼ਨ ਵਿੱਚ ਵੱਧ ਸਮਾਂ ਲਗਾਉਂਦੇ ਹਨ। ਮੋਡਮ ਦੀ ਸਪੀਡ ਤੋਂ ਭਾਵ ਹੈ ਕਿ ਕੁਝ ਸੈਕਿੰਡਸ ਵਿੱਚ ਕਿੰਨਾ ਡਾਟਾ ਇੱਕ ਥਾਂ ਤੋਂ ਦੂਜੇ ਥਾਂ ਤੇ ਟਰਾਂਸਫਰ ਕੀਤਾ ਜਾ ਸਕਦਾ ਹੈ। ਸੋ ਧੀਮੀ ਰਫ਼ਤਾਰ ਵਾਲੇ ਮੋਡਮ ਬਹੁਤ ਹੀ ਘੱਟ ਸਪੀਡ ਤੇ ਡਾਟਾ ਨੂੰ ਟਰਾਂਸਫਰ ਕਰਦੇ ਹਨ। ਜਦੋਂ ਸ਼ੁਰੂਆਤ ਵਿੱਚ ਮੋਡਮ ਦੀ ਵਰਤੋਂ ਸ਼ੁਰੂ ਹੋਈ, ਜਦੋਂ ਕਿ ਇੰਟਰਨੈਟ ਨੂੰ ਕੁਝ ਹੀ ਲੋਕਾਂ ਦੁਆਰਾ ਵਰਤਿਆ ਜਾਂਦਾ ਸੀ, ਤਾਂ ਉਸ ਸਮੇਂ ਘੱਟ ਰਫ਼ਤਾਰ ਵਾਲੇ ਮੋਡਮਸ ਵਰਤੇ ਜਾਂਦੇ ਸਨ, ਜਿਵੇਂ ਕਿ 28.8 kbps ਇੱਕ ਘੱਟ ਰਫ਼ਤਾਰ ਵਾਲੇ ਮੋਡਮ ਨੂੰ ਮੰਨਿਆ ਜਾਂਦਾ ਹੈ। ਸੋ ਪਹਿਲਾਂ ਮੈਂ ਤੁਹਾਨੂੰ ਇੱਥੇ ਇਹ ਦੱਸਣਾ ਚਾਹਾਂਗੀ ਕਿ ਮੋਡਮ ਦੀ ਸਪੀਡ ਦੇ ਮਾਪਨ ਦੇ ਯੂਨਿਟਸ ਹੁੰਦੇ ਹਨ ਬਿਟਸ ਪਰ ਸੈਕਿੰਡ ਜਾਂ ਬਾਈਟਸ ਪਰ ਸੈਕਿੰਡ। ਸੋ ਇੱਥੇ ਕਿਲੋਬਾਈਟਸ ਪਰ ਸੈਕਿੰਡ ਦੀ ਗੱਲ ਹੋ ਰਹੀ ਹੈ। ਇਹ ਇੱਕ ਧੀਮੀ ਰਫ਼ਤਾਰ ਵਾਲੇ ਮੋਡਮ ਦੀ ਸਪੀਡ ਹੈ। ਫਿਰ ਜਦੋਂ ਇੰਟਰਨੈਟ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਣ ਲੱਗੀ, ਜਿਵੇਂ ਕਿ ਤੁਸੀਂ ਜਾਣਦੇ ਹੀ ਹੋ, ਅੱਜ ਕੱਲ੍ਹ ਤਾਂ ਘਰ ਘਰ ਵਿੱਚ ਹਰ ਕੰਮ ਕਰਨ ਲਈ ਇੰਟਰਨੈਟ ਦੀ ਵਰਤੋਂ ਕੀਤੀ ਜਾਂਦੀ ਹੈ।
ਕੰਪਨੀਆਂ, ਸੰਸਥਾਵਾਂ, ਸਕੂਲਾਂ, ਦਫ਼ਤਰਾਂ, ਹਸਪਤਾਲਾਂ, ਬੈਂਕਾਂ, ਹਰ ਜਗ੍ਹਾ ਤੇ ਇੰਟਰਨੈਟ ਦੀ ਗੱਲ ਹੁੰਦੀ ਹੈ ਤਾਂ ਮੋਡਮ ਦੀ ਸਪੀਡ ਦੀ ਜਿਹੜੀ ਇੰਪੋਰਟੈਂਸ ਹੈ ਉਹ ਬਹੁਤ ਜ਼ਿਆਦਾ ਵੱਧ ਗਈ ਹੈ। ਸੋ ਦੂਸਰੀ ਤਰ੍ਹਾਂ ਦੇ ਮੋਡਮ ਜੋ ਕਿ ਤੇਜ਼ ਰਫ਼ਤਾਰ ਵਾਲੇ ਮੋਡਮ ਹੁੰਦੇ ਹਨ। ਸ਼ੁਰੂਆਤ ਵਿੱਚ ਤਾਂ 256 kbps ਜਾਂ 260 kbps ਅਜਿਹੀ ਸਪੀਡ ਨੂੰ ਫਾਸਟ ਸਪੀਡ ਵਾਲੇ ਮੋਡਮ ਮੰਨਿਆ ਜਾਂਦਾ ਸੀ। ਸੋ ਜਦੋਂ ਡਾਇਲ ਅਪ ਕਨੈਕਸ਼ਨਸ ਦਾ ਸਮਾਂ ਸੀ ਤਾਂ ਇਹ ਫਾਸਟ ਸਪੀਡ ਵਾਲੇ ਮੋਡਮ ਮੰਨੇ ਜਾਂਦੇ ਸਨ, ਪਰ ਅੱਜ ਕੱਲ੍ਹ ਤਾਂ 1000 mbps ਕਿਲੋਬਾਈਟਸ ਪਰ ਸੈਕਿੰਡ ਤੋਂ ਮੈਗਾਬਾਈਟਸ ਪਰ ਸੈਕਿੰਡ ਅਤੇ ਇਸ ਤੋਂ ਵੀ ਵੱਧ ਰਫ਼ਤਾਰ ਵਾਲੇ ਮੋਡਮਸ ਜੋ ਹਨ ਉਪਲਬਧ ਹਨ। ਇਹ ਸਪੀਡ ISP ਕੰਪਨੀ ਦੇ ਦੁਆਰਾ ਕੰਟਰੋਲ ਕੀਤੀ ਜਾਂਦੀ ਹੈ। ਸੋ ਜ਼ਿਆਦਾ ਡਿਟੇਲ ਵਿੱਚ ਨਾ ਜਾਂਦੇ ਹੋਏ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਦੂਸਰੀ ਤਰ੍ਹਾਂ ਦੇ ਮੋਡਮ ਹਨ ਤੇਜ਼ ਰਫ਼ਤਾਰ ਵਾਲੇ ਮੋਡਮ। ਸੋ ਤੇਜ਼ ਰਫ਼ਤਾਰ ਵਾਲੇ ਮੋਡਮ ਡਾਟਾ ਟਰਾਂਸਮਿਸ਼ਨ ਵਿੱਚ ਘੱਟ ਸਮਾਂ ਲਗਾਉਂਦੇ ਹਨ ਕਿਉਂਕਿ ਇਹਨਾਂ ਦੀ ਸਪੀਡ ਜ਼ਿਆਦਾ ਹੁੰਦੀ ਹੈ, ਇਸ ਲਈ ਡਾਟਾ ਬਹੁਤ ਜ਼ਿਆਦਾ ਸਪੀਡ ਤੇ ਇੱਕ ਥਾਂ ਤੋਂ ਦੂਸਰੀ ਥਾਂ ਤੇ ਟਰਾਂਸਫਰ ਹੋ ਜਾਂਦਾ ਹੈ। ਸੋ ਇੱਕ ਵਾਰੀ ਫੇਰ ਤੁਹਾਨੂੰ ਕਲੀਅਰ ਕਰਨਾ ਚਾਹਾਂਗੀ, ਧੀਮੀ ਰਫ਼ਤਾਰ ਵਾਲੇ ਮੋਡਮ ਹੌਲੀ ਹੌਲੀ ਡਾਟਾ ਨੂੰ ਇੱਕ ਥਾਂ ਤੋਂ ਦੂਸਰੀ ਥਾਂ ਤੇ ਪਹੁੰਚਾਉਂਦੇ ਹਨ, ਇਸ ਲਈ ਫਾਈਲ ਟਰਾਂਸਫਰ ਵਿੱਚ ਸਮਾਂ ਜ਼ਿਆਦਾ ਲੱਗਦਾ ਹੈ। ਪਰ ਅੱਜ ਕੱਲ੍ਹ ਆਪਣੇ ਸਮੇਂ ਅਤੇ ਆਪਣੇ ਕੰਮ ਦੀਆਂ ਲੋੜਾਂ ਨੂੰ ਦੇਖਦੇ ਹੋਏ ਅਸੀਂ ਹਰ ਕੋਈ ਫਾਸਟ ਸਪੀਡ ਇੰਟਰਨੈਟ ਵਰਤਣਾ ਪਸੰਦ ਕਰਦਾ ਹੈ। ਇਹ ਜਾਣਨ ਦਾ ਕਿ ਤੁਸੀਂ ਕੁਝ ਪ੍ਰਸ਼ਨਾਂ ਦੇ ਉੱਤਰ ਦੇ ਸਕੋਗੇ ਤਾਂ ਜੋ ਪਤਾ ਲੱਗ ਸਕੇ ਕਿ ਅਸੀਂ ਹੁਣ ਤੱਕ ਜੋ ਪੜ੍ਹਿਆ ਹੈ ਇਸ ਵੀਡੀਓ ਰਾਹੀਂ ਸਾਨੂੰ ਮੋਡਮ ਬਾਰੇ ਜਾਂ ਇੰਟਰਨੈਟ ਕਨੈਕਸ਼ਨਸ ਬਾਰੇ ਕਿੰਨਾ ਕੁ ਸਮਝ ਆਇਆ। ਸੋ ਪਹਿਲਾ ਸਵਾਲ, ਇੰਟਰਨੈਟ ਐਕਸਪਲੋਰਰ, ਕਰੋਮ ਆਦਿ ਡੈਸ਼ ਦੇ ਨਾਮ ਹਨ। ਸੋ ਤੁਸੀਂ ਜਾਣ ਗਏ ਹੋਵੋਗੇ ਕਿ ਇਹ ਵੈਬ ਬਰਾਊਜ਼ਰਸ ਦੇ ਨਾਮ ਹਨ। ਨੰਬਰ 2, BSNL, ਏਅਰਟੈਲ, ਇਹ ਕਿਸ ਦੇ ਨਾਮ ਹਨ? ISP, ਇਹ ਇੰਟਰਨੈਟ ਸਰਵਿਸ ਪ੍ਰੋਵਾਈਡਰਸ ਦੇ ਨਾਮ ਹਨ। ਇਹ ਕੰਪਨੀਆਂ ਸਾਨੂੰ ਇੰਟਰਨੈਟ ਕਨੈਕਸ਼ਨ ਦੀ ਸੁਵਿਧਾ ਦਿੰਦੀਆਂ ਹਨ। ਤੀਸਰਾ, ਡੈਸ਼ ਇੱਕ ਯੰਤਰ ਹੈ ਜੋ ਕੰਪਿਊਟਰ ਨੂੰ ਟੈਲੀਫੋਨ ਨਾਲ ਜੋੜਦਾ ਹੈ। ਬਹੁਤ ਹੀ ਆਸਾਨ, ਅਸੀਂ ਹੁਣੇ ਪੜ੍ਹ ਕੇ ਹਟੇ ਹਾਂ। ਮੋਡਮ, ਸੋ ਮੋਡਮ ਉਹ ਯੰਤਰ ਹੈ ਜੋ ਕੰਪਿਊਟਰ ਨੂੰ ਫੋਨ ਨਾਲ ਜੋੜਦਾ ਹੈ। ਆਓ ਸਹੀ ਜਾਂ ਗਲਤ ਦਾ ਜਵਾਬ ਜਾਣੀਏ। ਪਹਿਲਾ, ਕਰੋਮ ਇੱਕ ISP ਦਾ ਨਾਮ ਹੈ। ਤੁਸੀਂ ਸਮਝ ਗਏ ਹੋਵੋਗੇ ਗਲਤ, ਕਿਉਂਕਿ ਕਰੋਮ ਇੱਕ ਵੈਬ ਬਰਾਊਜ਼ਰ ਹੈ ਪਰ ISP ਤਾਂ ਇੰਟਰਨੈਟ ਦੀ ਸੁਵਿਧਾ ਦਿੰਦਾ ਹੈ, ਸੋ ਗਲਤ। ISP ਨੂੰ IAP ਵੀ ਕਿਹਾ ਜਾਂਦਾ ਹੈ। ਬਿਲਕੁਲ ਸਹੀ, ਤੁਹਾਨੂੰ ਦੱਸਿਆ ਸੀ ਕਿ ਇੰਟਰਨੈਟ ਸਰਵਿਸ ਪ੍ਰੋਵਾਈਡਰ ਨੂੰ ਇੰਟਰਨੈਟ ਐਕਸੈਸ ਪ੍ਰੋਵਾਈਡਰ ਵੀ ਕਿਹਾ ਜਾਂਦਾ ਹੈ। ਹੁਣ ਮੈਨੂੰ ਇੰਟਰਨੈਟ ਕਨੈਕਸ਼ਨਸ ਦੀਆਂ ਕਿਸਮਾਂ ਦੇ ਨਾਮ ਦੱਸੋ। ਸੋਚੋ। ਸੋ ਤੁਹਾਡੇ ਦਿਮਾਗ ਵਿੱਚ ਆ ਗਿਆ ਹੋਵੇਗਾ ਬ੍ਰੌਡਬੈਂਡ, ਵਾਇਰਲੈਸ, DSL। ਬੱਚਿਓ, ਮੇਰੀ ਅੱਜ ਦੀ ਪ੍ਰੈਜੈਂਟੇਸ਼ਨ ਜੋ ਕਿ ਮੋਡਮ ਅਤੇ ਇੰਟਰਨੈਟ ਕਨੈਕਸ਼ਨਸ ਦੇ ਟੌਪਿਕ ਤੇ ਆਧਾਰਿਤ ਸੀ, ਉਮੀਦ ਕਰਦੀ ਹਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ। ਥੈਂਕ ਯੂ ਵੈਰੀ ਮਚ। ਧੰਨਵਾਦ।